ਤੇ ਜਦੋਂ ਖਾਸ ਤੌਰ ਦੇ ਉੱਤੇ ਜ਼ਿਕਰ ਪੰਜਾਬ ਨਹੀਂ ਦੇਸ਼ ਭਰ ਦੇ ਵਿੱਚ ਪਰਲ ਪੀੜਤਾਂ ਦਾ ਹੁੰਦਾ ਹੈ ਤਾਂ ਇਹ ਹੱਥਾਂ ਦੇ ਵਿੱਚ ਜੋ ਪਾਲਿਸੀਆਂ ਚੁੱਕੀਆਂ ਹੋਈਆਂ ਨੇ ਇਹ ਨਜ਼ਰ ਆਉਂਦੀਆਂ ਨੇ। ਇਹ ਇਸ ਕਰਕੇ ਨਜ਼ਰ ਆਉਂਦੀਆਂ ਨੇ ਕਿਉਂਕਿ ਕਈ ਵਾਰ ਸਰਕਾਰੀ ਦਰਬਾਰੇ ਦੇ ਵਿੱਚ ਲਗਾਤਾਰ ਜਿਹੜੇ ਇਹ ਲੋਕ ਪਹੁੰਚਦੇ ਰਹੇ ਨੇ ਆਪਣੇ ਇਨਸਾਫ ਦੇ ਲਈ। ਹਾਲਾਂਕਿ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਵੱਲੋਂ ਪਿਛਲੇ 8 ਸਾਲ ਤੋਂ ਸੰਘਰਸ਼ ਵਿੱਢਿਆ ਹੋਇਆ ਹੈ, ਪਰ ਇਨਸਾਫ ਕਦੋਂ? ਬੇਸ਼ੱਕ ਸੂਬੇ ਦੇ ਵਿੱਚ ਅਜਿਹੇ ਸੁਨੇਹੇ ਆ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਦੀ ਰੈਲੀ ਦੇ ਦੌਰਾਨ ਇਹ ਦਾਅਵਾ, ਇਹ ਭਰੋਸਾ ਇਹਨਾਂ ਲੋਕਾਂ ਨੂੰ ਦਿੱਤਾ ਗਿਆ ਕਿ ਬੇਸ਼ੱਕ ਬਹੁਤ ਲੰਬਾ ਸਮਾਂ ਹੋ ਗਿਆ ਹੈ ਪਰ 20-25 ਦਿਨਾਂ ਦੇ ਅੰਦਰ ਪਰਲ ਗਰੁੱਪ ਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਨੇ ਉਹਨਾਂ ਨੂੰ ਐਕਵਾਇਰ ਕੀਤਾ ਜਾਵੇਗਾ, ਇਹਨਾਂ ਦਾ ਪੈਸਾ ਵਾਪਸ ਕਰਵਾਇਆ ਜਾਏਗਾ। ਪਰ 20-25 ਦਿਨਾਂ ਦੇ ਬਾਵਜੂਦ ਅੱਜ 8ਵਾਂ ਦਿਨ ਹੋ ਚੁੱਕਿਆ ਹੈ ਪਰ ਅਜੇ ਤੱਕ ਐਕਸ਼ਨ ਕਿਉਂ ਨਹੀਂ? ਇਹਨਾਂ ਲੋਕਾਂ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ? ਬੇਸ਼ੱਕ ਮਾਨ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ, ਬਦਲਾਅ ਦਾ ਜ਼ਿਕਰ ਕੀਤਾ, ਪਰ ਇਹਨਾਂ ਲੋਕਾਂ ਦਾ ਬਦਲਾਅ ਕਦੋਂ? ਇਹ ਲੋਕ ਆਪਣੇ ਪੈਸੇ ਲਈ ਤਰਸ ਰਹੇ ਨੇ। ਉਡੀਕ ਲੰਬੀ ਹੁੰਦੀ ਜਾ ਰਹੀ ਹੈ, ਕਈਆਂ ਦੇ ਕਾਗਜ਼ ਫਟ ਚੁੱਕੇ ਨੇ ਤੇ ਸਿਆਹੀ ਵੀ ਉਤਰ ਚੁੱਕੀ ਹੈ। ਤੇ ਜਦੋਂ ਖਾਸ ਤੌਰ ਦੇ ਉੱਤੇ ਜ਼ਿਕਰ ਅਸੀਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਕਰਦੇ ਹਾਂ, ਪਿੰਡ ਪੇਰੋਂ ਦੇ ਵਿੱਚ ਅਸੀਂ ਖੜੇ ਹਾਂ, ਜਦੋਂ ਇਸ ਪਿੰਡ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਇਸੇ ਪਿੰਡ ਦੇ ਲੋਕ ਨੇ ਤੇ ਬਹੁਤ ਵੱਡੀ ਗਿਣਤੀ 'ਚ ਪੰਜਾਬ ਭਰ ਦੇ ਵਿੱਚ ਵੀ ਲੋਕ ਨੇ। ਤੁਹਾਨੂੰ ਕੀ ਲੱਗਦਾ ਕਿ ਅਜੇ ਤੱਕ ਬੇਸ਼ੱਕ ਅੱਜ ਤੱਕ ਕਾਗਜ਼ ਸੰਭਾਲੇ ਹੋਏ ਨੇ, ਬਾਵਜੂਦ ਕਿ ਕਾਗਜ਼ ਫਟ ਚੁੱਕੇ ਨੇ, ਪਰ ਉਮੀਦਾਂ ਅਜੇ ਵੀ ਬਰਕਰਾਰ ਹੈ? ਇਨਸਾਫ ਤੁਹਾਨੂੰ ਲੱਗਦਾ ਵੀ ਹਾਂ ਇਹਨਾਂ 5 ਸਾਲਾਂ ਦੇ ਵਿੱਚ ਮਿਲ ਜਾਏਗਾ, ਜਾਂ ਫਿਰ 20-25 ਦਿਨ ਦਾ ਜ਼ਿਕਰ ਭਗਵੰਤ ਮਾਨ ਨੇ ਕੀਤਾ ਹੈ ਉਹਨਾਂ ਦੇ ਵਿੱਚ ਮਿਲ ਜਾਏਗਾ, ਜਾਂ ਫਿਰ ਉਡੀਕ ਅਜੇ ਹੋਰ ਲੰਬੀ ਹੈ? ਜਿੱਥੋਂ ਤੱਕ ਤਾਂ ਜੀ ਭਗਵੰਤ ਮਾਨ ਜੀ ਦੇ ਬਿਆਨ ਦਾ ਸਵਾਲ ਹੈ, 20-25 ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ। ਮੈਨੂੰ ਤਾਂ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਨੇ ਇੱਕ ਚੋਣ ਸਟੰਟ ਵਰਤਿਆ ਹੁੰਦਾ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ, ਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਕਾਰਨ ਉਹਦਾ ਇਹ ਹੈਗਾ, ਇੱਕ ਮੈਟਰ ਨੈਸ਼ਨਲ ਲੈਵਲ ਦਾ ਹੈ। 5 ਕਰੋੜ 85 ਲੱਖ ਲੋਕ CBI ਦੀ ਰਿਪੋਰਟ ਕਹਿ ਰਹੀ ਹੈ ਤੇ ਇੰਨੇ ਮਸਲਾ ਪੰਜਾਬ ਲੈਵਲ ਦੀ ਪੰਜਾਬ ਸਰਕਾਰ ਆਪਣੇ ਲੈਵਲ ਤੇ ਇੱਕਦਮ ਸਟੈਪ 20-25 ਦਿਨਾਂ ਦੇ ਵਿੱਚ ਪੁੱਟ ਕੇ ਚੁੱਕ ਕੇ ਕੁਛ ਨਾ ਕੁਛ ਕਰ ਦੂਗੀ, ਇਹ ਤਾਂ ਮੈਨੂੰ ਨਹੀਂ ਲੱਗਦਾ। ਇਹ ਤਾਂ ਮੈਨੂੰ ਇਹੀ ਲੱਗ ਰਿਹਾ ਵੀ ਉਹਨਾਂ ਨੇ ਇੱਕ ਚੋਣ ਸਟੰਟ ਹੈ, ਇੱਕ ਸੰਗਰੂਰ ਦੇ ਵਿੱਚ ਆਪਣੀ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਮੈਨੂੰ ਤਾਂ ਲੱਗਿਆ ਦਿੱਤਾ ਸੀ। ਮਤਲਬ ਉਹਨਾਂ ਨੂੰ ਲੱਗ ਰਿਹਾ ਵੀ ਪਰਲ ਪੀੜਤ ਵੀ ਇਸ ਵਾਰ ਵੋਟ ਬੈਂਕ ਨੇ, ਭਰੋਸਾ ਮੈਂ ਪਹਿਲਾਂ ਦਿੱਤਾ ਸੀ, ਕਾਰਵਾਈ ਨਹੀਂ ਹੋਈ ਤੇ ਹੁਣ ਇਲੈਕਸ਼ਨ ਦੇ ਦੌਰਾਨ ਤੁਹਾਡੇ ਲੋਕਾਂ ਦੇ ਨਾਲ ਵਾਅਦਾ ਕਰ ਦਿੱਤਾ। ਚੋਣ ਸਟੰਟ ਤੋਂ ਲੱਗ ਰਿਹਾ ਹੈ ਅਸਲੀਅਤ ਤੋਂ ਪਰੇ? ਹਾਂਜੀ, ਇਹ ਮੈਨੂੰ ਬਿਲਕੁਲ ਅਸਲੀਅਤ ਤੋਂ ਪਰੇ ਲੱਗ ਰਹੀ ਗੱਲ, ਕਿਉਂਕਿ ਜਦੋਂ ਦੀ ਇਹ ਸਰਕਾਰ ਨਵੀਂ ਸੱਤਾ ਦੇ ਵਿੱਚ ਆਈ ਹੈ, ਅਸੀਂ ਇਨਸਾਫ ਦੀ ਆਵਾਜ਼ ਦੇ ਲੈਟਰ ਪੈਡਾਂ ਤੇ ਜ਼ਿਲ੍ਹਾ ਲੈਵਲ ਤੇ SDM ਪੱਧਰ ਤੇ ਮੰਨ ਲਓ ਹਰ ਜਗ੍ਹਾ ਤੇ ਇੱਕ ਦਿਨ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚੋਂ ਲੈਟਰ ਭੇਜ ਚੁੱਕੇ ਹਾਂ ਮੁੱਖ ਮੰਤਰੀ ਦੇ ਨਾਂ ਤੇ। ਮੈਂ ਮੁੱਖ ਮੰਤਰੀ ਦੇ ਇੱਕ ਸਵਰਾਜ ਪੜ੍ਹਦਾ ਹੁੰਦਾ ਸੀ ਜਿਹੜਾ ਕੇਜਰੀਵਾਲ ਨੇ ਲਿਖਿਆ, ਜਿਹਦੀ ਮੁੱਖ ਮੰਤਰੀ ਜੀ ਖਾਸ ਤੌਰ ਤੇ ਵੋਟਾਂ ਤੋਂ ਪਹਿਲਾਂ ਲੋਕਾਂ 'ਚ ਗੱਲ ਕਰਦੇ ਵੀ ਸਵਰਾਜ। ਛੋਟੀ ਜੀ ਕਿਤਾਬ ਸ਼ਾਇਦ ਤੁਸੀਂ ਵੀ ਪੜ੍ਹੀ ਹੋਊਗੀ, ਉਹ ਕੇਜਰੀਵਾਲ ਜੀ ਨੇ ਲਿਖੀ ਹੋਈ ਹੈ। ਨਹੀਂ, ਮੈਂ ਨਹੀਂ ਪੜ੍ਹੀ। ਅੱਛਾ, ਤੁਸੀਂ ਨਹੀਂ ਪੜ੍ਹੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਬਹੁਤ ਸਾਰੇ ਦੇਸ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਵੀ ਫਲਾਣੇ ਦੇਸ਼ 'ਚ ਜੇ ਕੋਈ ਲੈਟਰ ਹੋ ਜਾਏ ਤਾਂ ਉਹਨੇ ਇੰਨੇ ਦਿਨਾਂ 'ਚ ਜਵਾਬ ਆਉਂਦਾ ਹੈ, ਸਵਿਟਜ਼ਰਲੈਂਡ ਦੇ ਵਿੱਚ ਇੰਨੇ ਦਿਨਾਂ 'ਚ ਆਉਂਦਾ ਹੈ, ਫਲਾਣੇ ਦੇਸ਼ 'ਚ ਜੇ ਇੰਨੇ ਲੋਕ ਸਾਈਨ ਕਰਕੇ ਭੇਜ ਦਿੰਦੇ ਹੈ ਤਾਂ ਉਹ ਕਾਨੂੰਨ ਬਣ ਜਾਂਦਾ। ਇੱਥੋਂ ਤੱਕ ਵੀ ਉਹਨਾਂ ਨੇ ਕਈ ਦੇਸ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਕੇਜਰੀਵਾਲ ਜੀ ਨੇ। ਮੈਂ ਉਹਨੂੰ ਲੈ ਕੇ ਇੱਕ ਗੱਲ ਕਰਦਾ ਇੱਥੇ ਵੀ ਅਸੀਂ 2 ਮਈ ਨੂੰ DCਆਂ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਭੇਜੇ ਸੀਗੇ। ਅੱਜ ਤੱਕ ਸਾਨੂੰ ਐਂ ਵੀ ਨਹੀਂ ਤੁਹਾਡਾ ਲੈਟਰ ਪਹੁੰਚ ਗਿਆ ਜਾਂ ਨਹੀਂ ਪਹੁੰਚ ਗਿਆ, ਵੀ ਕਿਤੇ ਲੱਗਦਾ ਵੀ ਗੱਲਾਂ ਜਿਹੀਆਂ ਇਕੱਲੀਆਂ ਗੱਲਾਂ ਜਿਹੀਆਂ ਹੀ ਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਕਿਤਾਬ ਦੇ ਵਿੱਚ ਜਿਹੜੀਆਂ ਲਿਖੀਆਂ ਹੋਈਆਂ ਇਹੋ ਗੱਲਾਂ ਜਿਹੀਆਂ ਹੀ ਆ, ਲੋਕਾਂ ਨੂੰ ਵੋਟਾਂ ਲੈਣ ਵਾਸਤੇ ਜਾਂ ਕੁਰਸੀ ਦੀ ਸੱਤਾ ਨੂੰ ਆਪਦੇ ਕਬਜ਼ੇ ਵਿੱਚ ਰੱਖਣ ਵਾਸਤੇ ਜਾਂ ਕਰਨ ਵਾਸਤੇ ਹੀ ਸਾਰੀਆਂ ਗੱਲਾਂ ਹੁੰਦੀਆਂ ਜਿਵੇਂ। ਨਹੀਂ ਤਾਂ ਸਾਨੂੰ ਅੱਜ ਨੂੰ ਇਨਸਾਫ ਦੀ ਆਵਾਜ਼ 8 ਸਾਲ ਤੋਂ ਲੜ ਰਹੀ ਹੈ। ਅਸੀਂ ਲੈਟਰ ਭੇਜ, ਸਾਨੂੰ ਇਹ ਤਾਂ ਘੱਟੋ ਘੱਟ ਜਵਾਬ ਤਾਂ ਆ ਜਾਂਦਾ ਵੀ ਤੁਹਾਡਾ ਲੈਟਰ ਪਹੁੰਚ ਗਿਆ ਤੇ ਅਸੀਂ ਕੁਛ ਕਰਾਂਗੇ। ਇਗਨੋਰ ਕਰ ਰਹੇ ਨੇ ਮੇਰੇ ਖਿਆਲ 'ਚ ਤਾਂ ਇਹੀ ਹੈ। ਨਹੀਂ ਤਾਂ ਅੱਜ ਤੱਕ ਕੋਈ ਤਾਂ ਜਵਾਬ ਆਉਂਦਾ, ਕੋਈ ਤਾਂ ਰਿਪਲਾਈ ਆਉਂਦਾ ਨਾ ਸਾਨੂੰ। 2 ਮਈ 2022 ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਅਸੀਂ ਲੋਕਾਂ ਦੇ ਸਾਈਨ ਕਰਵਾ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਰਾਹੀਂ ਯਾਦ ਪੱਤਰ ਭੇਜੇ ਆ। ਅੱਜ ਤੱਕ ਉਹਨਾਂ ਦੀ ਕੋਈ ਗੱਲ ਨਹੀਂ ਹੈ। ਜਦੋਂ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋਣ ਲੱਗਦੀ ਹੈ, ਉਦੋਂ ਮੁੱਖ ਮੰਤਰੀ ਸਾਹਿਬ ਦਾ ਇੱਕ ਰੈਲੀ 'ਚ ਇੱਕਦਮ ਬਿਆਨ ਆ ਜਾਂਦਾ। ਜਦੋਂ ਲੋਕ ਆਪਦੀ ਗੱਲ ਰੱਖਦੇ ਆ ਵੀ ਲੋਕਾਂ ਨੇ ਸੱਥਾਂ 'ਚ ਗੱਲ ਰੱਖਣੀ ਸ਼ੁਰੂ ਕਰਦੇ, ਮੁੱਖ ਮੰਤਰੀ ਸਾਹਿਬ ਨੇ ਇੱਕਦਮ ਬਿਆਨ ਦੇਤਾ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਮੈਨੂੰ ਤਾਂ ਇਹ ਲੱਗ ਰਿਹਾ। ਮਤਲਬ ਇਹ ਜਿਹੜੇ ਤੁਸੀਂ ਇਕੱਠ ਕਰ ਰਹੇ ਹੋ, ਜੋ ਤੁਸੀਂ ਆਵਾਜ਼ ਹੁਣ ਤੱਕ ਪਹੁੰਚਾ ਰਹੇ ਹੋ, ਇਹਦੇ ਕਾਰਨ ਤੁਹਾਨੂੰ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਬਿਆਨ ਦੇਣਾ ਪਿਆ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਕਾਰਨ? ਮੈਨੂੰ ਇਹ ਹੀ ਲੱਗ ਰਿਹਾ ਹੈਗਾ ਇਹ, ਕਿਉਂਕਿ ਉਹਨਾਂ ਨੇ ਕੋਈ ਵੀ ਅੱਜ ਤੱਕ ਨਾ ਤਾਂ 8-10 ਦਿਨ ਤਾਂ ਟੱਪ ਗਏ, ਤਾਂ ਮਤਲਬ ਦਿਨ ਤਾਂ 15 ਕੀ ਰਹਿ ਗਏ। 25 ਦਿਨ ਕਿਹਾ ਸੀ ਉਹਨਾਂ ਨੇ, 20-25 ਦਿਨ। ਅੱਜ ਤੱਕ ਉਹਨਾਂ ਨੇ ਕੋਈ ਤਰੀਕਾ ਵੀ ਨਹੀਂ ਦੱਸਿਆ ਵੀ ਅਸੀਂ ਇਹਦਾ ਆਹ ਲੀਗਲੀ ਸਟੈਪ ਪੁੱਟਾਂਗੇ ਜਾਂ ਜੋ ਵੀ ਕਰਾਂਗੇ ਹੋਊ ਤਾਂ ਲੀਗਲੀ ਤਰੀਕੇ ਨਾਲ ਹੀ ਨਾ। ਇਸ ਤਰ੍ਹਾਂ ਤਾਂ ਹੋਊ ਨੇਗੇ ਇਹ ਵੀ ਕੋਈ
ਚੁੱਪ ਕਰਕੇ ਆ ਕੇ ਮੁੱਖ ਮੰਤਰੀ ਕਹਿ ਦੂ ਸਾਰੀਆਂ ਜ਼ਮੀਨਾਂ ਖੋਲੋ ਤੇ ਵੇਚ ਦਿਓ, ਇਸ ਤਰ੍ਹਾਂ ਤਾਂ ਹੋਣਾ ਨਹੀਂ, ਹੋਊ ਤਾਂ ਲੀਗਲੀ ਤਰੀਕੇ ਨਾਲ। ਤੁਹਾਨੂੰ ਇਹ ਲੱਗਦਾ ਵੀ ਜਦੋਂ ਸਰਕਾਰ ਆਖਰੀ ਪੜਾਅ ਜਾਂ 20-25 ਦਿਨਾਂ ਦੇ ਆਖਰੀ ਪੜਾਅ 'ਚ ਪਹੁੰਚੇਗੀ ਤਾਂ ਇਹ ਕਹਿ ਦਿੱਤਾ ਜਾਊਗਾ ਵੀ ਇਹ ਕਾਨੂੰਨੀ ਤੌਰ ਤੇ ਪੰਜਾਬ ਸਰਕਾਰ ਨਹੀਂ ਕਰ ਸਕਦੀ, ਇਹ ਸਾਡੇ ਹੱਥ ਵੱਸ ਦੇ ਵਿੱਚ ਨਹੀਂ ਹੈਗਾ, ਫਿਰ ਗੇਂਦ ਸੁਪਰੀਮ ਕੋਰਟ ਜਾਂ ਕੇਂਦਰ ਦੇ ਪਾਲੇ 'ਚ? ਬਿਲਕੁਲ ਜੀ, ਮੈਨੂੰ ਇਸੇ ਤਰ੍ਹਾਂ ਹੀ ਲੱਗ ਰਿਹਾ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਪਹਿਲਾਂ ਹੋਏ, ਜਿਵੇਂ SYL ਦਾ ਹੋਇਆ, ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਲਾਸਟ ਵਾਲੇ 6 ਮਹੀਨਿਆਂ 'ਚ, ਇਹ ਹੋ ਸਕਦਾ ਪਹਿਲਾਂ ਚ ਲਿਆਉਣ, ਉਹ ਤੋਂ ਬਾਅਦ ਉੱਤੇ ਕੋਈ ਕਾਨੂੰਨੀ ਦਿੱਕਤਾਂ ਦਾ ਜ਼ਿਕਰ ਕਰਕੇ ਉਹ ਫਿਰ ਉੱਥੇ ਹੀ ਫਿਰਦੀ ਹੈ ਗੱਲ। ਇਸ ਤਰ੍ਹਾਂ ਦੇ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਹੋਏ ਆ ਜਿਨ੍ਹਾਂ ਦੇ ਵਿਧਾਨ ਸਭਾ ਦੇ ਵਿੱਚ ਮਤੇ ਪਾਏ ਗਏ ਆ, ਪਰ ਉਹ ਉੱਥੇ ਹੀ ਰੁਕ ਜਾਂਦੇ ਆ। ਇੱਥੇ ਵੀ ਮੈਨੂੰ ਲੱਗਦਾ ਹੈਗਾ, ਹਾਂ ਮੈਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਰ ਤੁਹਾਡੀ ਪਰਲ ਪੀੜਤਾਂ ਦਾ ਕਿਸੇ ਨੇ ਜ਼ਿਕਰ ਤੱਕ ਨਹੀਂ ਕੀਤਾ। ਮੰਗ ਪੱਤਰ ਤੁਸੀਂ ਹਰ ਇੱਕ ਵਿਧਾਇਕ ਨੂੰ ਦਿੱਤੇ ਹੈ, ਕਿਸੇ ਵਿਧਾਇਕ ਨੇ ਤੁਹਾਡੀ ਗੱਲ ਕਿਉਂ ਨਹੀਂ ਕੀਤੀ? ਨਹੀਂ ਕੀਤੀ, ਫਿਰ ਗੱਲ ਤੇ ਉਹੀ ਆ ਜਾਂਦੀ ਹੈ ਨਾ ਜੀ, ਹਰ ਸਾਰਿਆਂ ਨੂੰ ਇਕੱਲੀ ਵੋਟ ਦਿੰਦੀ ਹੈ, ਵੋਟ ਬੈਂਕ ਦਿੰਦਾ ਹੈਗਾ, ਲੋਕਾਂ ਦਾ ਦਰਦ ਨਹੀਂ ਦਿੰਦਾ। ਜੇ ਲੋਕਾਂ ਦਾ ਦਰਦ ਦਿੰਦਾ ਹੋਵੇ ਫਿਰ, ਜਾਂ ਉਹਨਾਂ ਨੇ ਖੁਦ ਇਹ ਦਰਦ ਹੰਢਾਏ ਹੋਣ, ਫਿਰ ਸ਼ਾਇਦ ਉਹ ਇਸ ਗੱਲ ਨੂੰ ਵਧੀਆ ਤਰੀਕੇ ਨਾਲ ਲੈਂਦੇ। ਬਿਲਕੁਲ, ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ, ਪਰ ਖਾਸ ਤੌਰ ਦੇ ਉੱਤੇ ਜ਼ਿਕਰ ਜਦੋਂ ਅਸੀਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਕਰਦੇ ਹਾਂ ਤੇ ਇਹ ਪਿੰਡ ਪੈਰੋਂ ਹੈ ਤੇ ਇਸੇ ਪਿੰਡ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਣਾਵਾਲੀ ਹੈ। ਬਣਾਵਾਲੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਜੋ ਇਸ ਹਲਕੇ ਨੂੰ ਲੀਡ ਕਰਦੇ ਨੇ, ਇਹਨਾਂ ਲੋਕਾਂ ਨੇ ਵੋਟਾਂ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਵਿਧਾਨ ਸਭਾ ਤੱਕ ਪਹੁੰਚਾਇਆ, ਮੰਗ ਪੱਤਰ ਆਪਣੀ ਮੰਗ ਦਾ ਦਿੱਤਾ, ਪਰ ਕੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਜਿਹੜੇ ਮੁੱਦੇ ਨੇ ਪੰਜਾਬ ਦੇ, ਕਿਉਂਕਿ ਪਰਲ ਪੀੜਤ 30 ਲੱਖ ਦੇ ਕਰੀਬ ਪਰਿਵਾਰ ਨੇ, ਉਹ ਚੁੱਕਣਗੇ ਜਾਂ ਨਹੀਂ, ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਤੁਹਾਡਾ ਕੀ ਨਾਮ ਹੈ? ਗਮਦੂਰ ਸਿੰਘ ਜੀ। ਅੱਛਾ, ਜਿਵੇਂ ਖਾਸ ਤੌਰ ਦੇ ਉੱਤੇ ਤੁਸੀਂ ਵੀ ਹੱਥ ਦੇ ਵਿੱਚ ਪਾਲਿਸੀ ਚੱਕੀ ਹੋਈ ਹੈ 2013 ਦੀ, ਮੈਂ ਇਹਦੇ ਉੱਤੇ ਤਾਰੀਖ ਦੇਖ ਰਿਹਾ ਜਦੋਂ ਇਹ ਪਾਲਿਸੀ ਤੁਸੀਂ ਕਰਵਾਈ ਸੀਗੀ, ਕੁੱਲ ਕਿੰਨਾ ਪੈਸਾ ਤੁਹਾਡਾ ਲੱਗਿਆ ਹੋਇਆ? ਇਹਦੇ ਵਿੱਚ ਜੀ ਕਾਫੀ ਪੈਸਾ ਲੱਗਿਆ, ਮੇਰੇ ਬੇਟੇ ਦੇ ਨਾਮ ਤੇ ਵੀ ਆ ਤੇ ਘਰ ਵਾਲੇ ਦੇ ਨਾਮ ਤੇ ਵੀ ਆ। ਇਹ ਪੈਸਾ ਜੀ ਸਾਡੇ ਜਦੋਂ ਇਹ ਥਰਮਲ ਪਲਾਂਟ ਬਣਿਆ ਸੀ, ਮਤਲਬ ਬਿਜਲੀ ਵਾਲਾ ਪਾਵਰ ਪਲਾਂਟ, ਇਹਦੇ ਵਿੱਚੋਂ ਲੋਕਾਂ ਨੇ ਥੋੜਾ ਥੋੜਾ ਕਰਕੇ ਵੀ ਕੁਛ ਆਪਾਂ ਸਾਈਡ ਤੇ ਰੱਖ ਦਈਏ, ਕਿਸੇ ਨੇ ਘਰ ਵਾਸਤੇ, ਕਿਸੇ ਨੇ ਕੋਈ ਕੁੜੀ ਕਤਰੀ ਵਿਆਹਣੀ, ਕਿਸੇ ਨੇ ਆਪਦਾ ਵਡੇਪੇ ਵਾਸਤੇ, ਉਹ ਪੈਸਾ ਸਾਈਡ ਤੇ ਕਰਕੇ ਰੱਖਿਆ। ਸਾਡੇ ਪਿੰਡ ਦੇ ਵਿੱਚੋਂ ਕਾਫੀ ਪੈਸਾ ਲੱਗਿਆ ਹੋਇਆ, ਪਰ ਅਸੀਂ ਪਹਿਲਾਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ, ਅੱਜ ਤੱਕ ਕਿਸੇ ਚੈਨਲ ਨੇ ਸਾਡੀ ਖਬਰ ਤੱਕ ਨਹੀਂ ਲਈ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਜੋ ਸਰਕਾਰਾਂ ਆਉਂਦੀਆਂ, ਸਰਕਾਰਾਂ ਬਦਲਦੀਆਂ, ਹਰ ਇੱਕ ਬੰਦੇ ਨੂੰ ਆਸ ਹੁੰਦੀ ਆ ਵੀ ਸਾਡਾ ਕੁਝ ਕਰਨਗੇ, ਪਰ ਸਰਕਾਰਾਂ ਨੇ ਕੀ ਕੀਤਾ, ਜਿਹੜੇ ਇਹਨਾਂ ਦੇ ਥੱਲੇ ਵਾਲੇ ਬੰਦੇ ਸੀ, ਇਸ ਵਾਰ ਤੁਸੀਂ ਜ਼ਮੀਨ ਵਾਹ ਲਓ ਜਿੰਨੀ ਪਈ ਆ ਪਰਲ ਦੀ, ਫਿਰ ਸਰਕਾਰ ਬਦਲ ਗਈ, ਦੂਜੇ ਬੰਦੇ ਵਾਹੁਣ ਲੱਗ ਜਾਂਦੇ ਜ਼ਮੀਨ। ਉਹ ਗੱਲ ਉੱਥੇ ਦੀ ਉੱਥੇ, ਸਾਨੂੰ ਕਹਿ ਜਾਂਦੇ ਸੀ ਜ਼ਰੂਰ ਤੁਹਾਡਾ ਮਸਲਾ ਹੱਲ ਕਰਾਵਾਂਗੇ। ਸਾਡੇ ਬਾਈ ਇਨਸਾਫ ਦੀ ਆਵਾਜ਼ ਦੇ ਵਿੱਚੋਂ ਬਹੁਤ ਆਗੂ ਸਾਡੇ ਮੂਹਰਲੇ ਬੰਦੇ ਲੜ ਰਹੇ ਨੇ, ਤਕੜੇ ਹੋ ਕੇ ਲੜ ਰਹੇ ਨੇ, ਤੇ ਪਰ ਸਾਨੂੰ ਹਾਲ ਤੱਕ ਕੁਝ ਇਨਸਾਫ ਨਹੀਂ ਮਿਲਿਆ, ਕੁਛ ਨਹੀਂ ਮਿਲਿਆ ਸਾਨੂੰ ਹਾਲ ਤੱਕ। ਕਿਸੇ ਨੇ ਇਹ ਨਹੀਂ ਕਿਹਾ ਵੀ ਤੁਹਾਨੂੰ ਪੈਸੇ ਦਬਾਵਾਂਗੇ ਜਾਂ ਅਸੀਂ ਇਸ ਤਰ੍ਹਾਂ ਜ਼ਮੀਨ ਪਰਲ ਕੰਪਨੀ ਦੀ ਬਹੁਤੇ ਆਮ ਇਹਨਾਂ ਦੇ ਮਤਲਬ ਗੌਰਮੈਂਟ ਆਪ ਵਾਹੀ ਜਾਂਦੀਆਂ ਨੇ, ਆਪ ਹੀ ਮੰਨੋ ਜਦੋਂ ਉਹਨਾਂ ਦੇ ਬੰਦੇ ਵਾਹੀ ਜਾਂਦੇ ਵੀ ਛਡਾਉਣ ਜਾ ਕੇ ਲੋਕ, ਉਹ ਲੋਕ ਕਬਜ਼ੇ ਲੋਕ ਛਡਾਉਣ, ਗੌਰਮੈਂਟ ਛਡਾਵੇ। ਕਬਜ਼ੇ ਦਾ ਸਰਕਾਰ ਛਡਵਾ ਰਹੀ ਸੀ ਪਿੱਛੇ, ਜਾਂ ਪੰਚਾਇਤ ਮੰਤਰੀ ਵੀ ਲੱਗੇ ਹੋਏ ਸੀ? ਨਹੀਂ ਜੀ, ਉਹ ਕਬਜ਼ੇ ਇਹ ਨਹੀਂ ਛਡਾ ਰਹੀ ਸੀ, ਉਹ ਪੰਚਾਇਤਾਂ ਵਾਲੇ ਕਬਜ਼ੇ ਛਡਾ ਰਹੇ ਸੀ। ਪਰਲ ਕੰਪਨੀ ਦੇ ਤਾਂ ਇਨਸਾਫ ਪਾਰਟੀ ਦੇ ਜਿਹੜੇ ਪਾਰਟੀ ਬਣੀ ਆ, ਪਰਲ ਦੇ ਪੀੜਤ ਲੋਕ ਛਡਾਉਂਦੇ ਸੀ ਜਾ ਕੇ। ਉਹ ਕਿਉਂ ਲੜਨ? ਉਹਨਾਂ ਨੇ ਤਾਂ ਪਰਲ ਕੰਪਨੀ ਨੂੰ ਪੈਸੇ ਲਾਏ, ਸਾਡਾ ਲੋਕਾਂ ਨਾਲ ਜ਼ਮੀਨ ਵਾਲਿਆਂ ਨਾਲ ਕਿਉਂ ਲੜਨ ਦਾ? ਕਿ ਸਾਡਾ ਕੀ, ਨਹੀਂ ਤਾਂ ਅਸੀਂ ਪੈਸੇ ਲਾਤੇ ਘਰੋਂ, ਨਾਲੇ ਅਸੀਂ ਕਿਸੇ ਦੁਸ਼ਮਣ ਨਾਲ ਲੜ ਗਏ। ਅਸੀਂ ਜ਼ਮੀਨ ਤੇ ਛਡਾਉਣ ਗੌਰਮੈਂਟ ਸਾਰੀ ਇੱਕੇ ਟਾਈਮ ਤੋਂ ਜਾ ਕੇ 145 ਕਿਉਂ ਨਹੀਂ ਲਾਉਂਦੀ ਜਿੰਨੀ ਜ਼ਮੀਨ ਪਈ ਆ ਉਹਨਾਂ ਦੀ? ਕਿਉਂ ਸਾਨੂੰ ਕਿਉਂ ਜਾਣਾ ਪੈਂਦਾ ਉੱਥੇ? ਸਾਨੂੰ ਕਿਉਂ ਇਹ ਕਸ਼ਟ ਸਹਿਣਾ ਪੈਂਦਾ ਵੀ ਅਸੀਂ ਪਹਿਲਾਂ ਜ਼ਮੀਨ ਛਡਾਗੇ, ਫਿਰ ਉਹਦੇ ਖਜ਼ਾਨੇ 'ਚ ਪੈਸਾ ਪਹੁੰਚਾਗੇ, ਫਿਰ ਉਹ ਪੈਸਾ ਸਾਡੇ ਕੋਲੇ ਵਾਪਸ ਆਵੇ? ਸਾਡਾ ਇਹ ਕੀ ਜਿਵੇਂ 92 ਵਿਧਾਇਕ ਤੁਸੀਂ ਭੇਜੇ ਵਿਧਾਨ ਸਭਾ ਦੀ, ਸਿਰਫ ਆਮ ਆਦਮੀ ਪਾਰਟੀ ਦੇ, ਉਸੇ ਦੇ ਵਿੱਚ ਤੁਹਾਡਾ ਹਲਕਾ ਵੀ ਪੈਂਦਾ ਹੈ, ਤੁਹਾਡੇ ਵਿਧਾਇਕ ਨੇ ਤੁਹਾਨੂੰ ਕੀ ਇਸ ਮੁੱਦੇ ਦੇ ਉੱਤੇ ਭਰੋਸਾ ਦਿੱਤਾ? ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ, ਵਿਧਾਨ ਸਭਾ ਦੇ ਸੈਸ਼ਨ ਪਹਿਲਾਂ ਵੀ ਆ ਚੁੱਕੇ ਨੇ, ਤੁਹਾਨੂੰ ਮਿਲਦੇ ਵੀ ਹੋਣਗੇ। ਹਾਂਜੀ, ਅਸੀਂ ਗੁਰਪ੍ਰੀਤ ਬਣਾਵਾਲੀ ਨੂੰ ਅਸੀਂ ਆਪਦੇ ਵੱਲੋਂ ਇੱਥੋਂ ਲੈਟਰ ਤਿਆਰ ਕਰਕੇ ਦਿੱਤਾ। ਉਹ ਲੈਟਰ MLA ਦੇ ਰਾਹੀਂ ਮੁੱਖ ਮੰਤਰੀ ਕੋਲੇ ਪਹੁੰਚ ਕਰੀ ਆ ਉਸਦੀ, ਤੇ ਅਸੀਂ ਉਡੀਕ ਕਰ ਰਹੇ ਹਾਂ ਵੀ ਉਸਦੀ ਕੋਈ ਗੱਲ ਚਲਾਊਗਾ, ਕੋਈ ਤੋਰੂਗਾ। ਅਸੀਂ ਬੜੀ ਆਸ ਕਰਦੇ ਹਾਂ ਵੀ ਗੌਰਮੈਂਟ ਬਦਲੀ ਹੈ, ਸਰਕਾਰ ਬਦਲੀ ਆ, ਵੀ ਸਾਡੇ ਪੈਸੇ ਸਾਡੇ ਕੋਲੇ ਵਾਪਸ ਆਉਣ। ਪਰ ਜੇ ਉਹੀ ਹੋ ਗਿਆ, ਹੁਣ ਇਹਨਾਂ ਦੇ ਬੰਦੇ ਵਾਹੁਣ ਲੱਗ ਗਏ, ਫਿਰ ਤਾਂ ਸਾਨੂੰ ਮਤਲਬ ਕੋਈ ਬਦਲਾਅ ਦਾ ਕੋਈ ਫਾਇਦਾ ਨਹੀਂ ਹੋਣਗੇ। ਸ਼ਾਇਦ ਅਜੇ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਬਿਜ਼ੀ ਹੋਣਗੇ, ਪਰ ਹੋ ਸਕਦਾ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਕਿਸੇ ਦੇ ਕੰਨ ਤੱਕ ਪਹੁੰਚ ਜਾਵੇ। ਪਰ ਜਦੋਂ ਅਸੀਂ ਜ਼ਿਕਰ ਇਹ ਗਰੁੱਪ ਦਾ ਕਰਦੇ ਆ, ਤੁਹਾਨੂੰ ਕੀ ਲੱਗਦਾ ਕਿ 5 ਲੱਖ ਰੁਪਈਆ ਤੁਸੀਂ ਲਗਾ ਦਿੱਤਾ, ਇੰਨਾ ਭਰੋਸਾ ਕਿਉਂ ਸੀ ਕਿਸੇ ਇੱਕ ਗਰੁੱਪ ਦੇ ਵਿੱਚ ਜਿਹੜੀ ਆਪਣੀ ਮਿਹਨਤ ਦੀ ਕਮਾਈ ਉੱਥੇ ਤੁਸੀਂ ਫਸਾ ਦਿੱਤੀ? ਸਰ ਇਹ ਪਤਾ ਕੀ ਸੀ, ਸਾਡੇ ਪੈਸੇ ਬਿਲਕੁਲ ਸੇਫ ਪਏ ਸੀਗੇ ਬੈਂਕ ਦੇ ਵਿੱਚ। ਬੈਂਕ ਦੇ ਵਿੱਚ ਸੇਫ ਪਏ ਸੀ। ਸਾਨੂੰ ਇੱਥੋਂ ਜਿਹੜੇ ਏਜੰਟ ਨੇ
ਸਿਰਫ ਅਸੀਂ ਉਹਨਾਂ ਦੇ ਭਰੋਸੇ 'ਚ ਆ ਗਏ। ਉਹਨਾਂ ਨੇ ਸਾਨੂੰ ਕਿਹਾ ਵੀ ਐ ਕਰਕੇ ਵੀ ਇੱਧਰ ਪੈਸੇ ਦੁੱਗਣੇ ਬਣਦੇ ਨੇ, ਤੇ ਅਸੀਂ ਬੈਂਕਾਂ ਦੇ ਵਿੱਚੋਂ ਕਢਾ ਕੇ ਪੈਸੇ ਕੁਛ ਆਪਦੀ ਮਿਹਨਤ ਦੇ ਇੱਧਰ ਉੱਧਰ ਇਕੱਠੇ ਕਰਕੇ ਵੀ ਅਸੀਂ ਬੁਢੇਪੇ ਵੇਲੇ ਸਾਡੇ ਕੰਮ ਆਉਣਗੇ, ਤੇ ਪਰ ਸਾਰਾ ਪੈਸਾ ਸਾਡੇ ਕੋਈ ਕੰਮ ਨਹੀਂ ਆਇਆ। ਤੇ ਅਸੀਂ ਰਿਕੁਐਸਟ ਕਰਦੇ ਹਾਂ ਵੀ ਪਿੰਡ ਵਾਲਿਆਂ ਦੇ ਵੀ ਆਪਦੇ ਵੱਲੋਂ ਵੀ ਜਿਹੜਾ ਸਾਡੇ ਕਮਾਈ ਦਾ ਪੈਸਾ ਹੈ ਤੇ ਸਾਨੂੰ ਵਾਪਸ ਦਿੱਤਾ ਜਾਵੇ। ਤੁਹਾਡਾ ਕੀ ਨਾਮ ਹੈ ਜੀ? ਰੇਸ਼ਮ ਸਿੰਘ ਹੈ। ਅੱਛਾ ਰੇਸ਼ਮ ਜੀ, ਕਿੰਨੀ ਉਮਰ ਹੈ ਤੁਹਾਡੀ? ਮੇਰੀ 64 ਸਾਲ ਦੀ ਹੈ। 64 ਸਾਲ ਦੀ ਉਮਰ ਹੈ। ਅੱਛਾ ਤੁਹਾਡੇ ਕਿੰਨੇ ਪੈਸੇ ਲੱਗੇ ਹੋਏ ਨੇ? ਮੈਂ ਲੱਖ 75 ਸੀ 2008 ਚ, ਅੱਛਾ, ਬਸ ਮੁੜ ਕੇ ਖਤਮ। ਕੀ ਨਹੀਂ ਮਿਲਿਆ? ਨਾ ਨਾ ਨਾ। ਅੱਛਾ ਹੁਣ ਕੋਈ ਉਮੀਦ ਲੱਗਦੀ ਹੈ? ਬੇਸ਼ੱਕ ਤੁਸੀਂ ਕਈ ਸਾਲ ਤੁਹਾਡੇ ਦਰਸ਼ਨ ਹੋ ਗਏ, ਮੈਂ ਤਾਂ ਕਹਿੰਦਾ ਵੀ ਸਾਨੂੰ ਮਿਲਣ ਨਾ ਮਿਲਣ, ਸਾਡਾ ਜੀਜਾ ਤਾਂ ਵੱਧ ਗਿਆ ਨਾ। ਹਿੰਮਤ ਆ ਗਈ। ਹਾਂ ਹਿੰਮਤ ਹੋ ਗਈ ਸਾਡੇ ਚ, ਹੁਣ ਬੋਲਣ ਜੋਗ ਰਹੇ ਅਸੀਂ ਵੀ ਭਾਈ ਸਾਡੀ ਗੱਲ ਕੋਈ ਸੁਣਦਾ ਹੈ। ਇਹ ਤੁਸੀਂ ਕਹਿ ਤਾਂ ਰਹੇ ਹੋ, ਹੁਣ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੀ ਜ਼ਿਕਰ ਕੀਤਾ, ਬੇਸ਼ੱਕ ਇਲੈਕਸ਼ਨ ਦੇ ਦੌਰਾਨ ਹੀ ਕੀਤਾ, 20-25 ਦਿਨ ਦੇ ਦਿੱਤੇ, 7-8 ਦਿਨ ਲੰਘ ਗਏ, ਬਾਕੀ ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਹਾਂ ਛੇਤੀ ਕਾਰਵਾਈ ਹੋ ਜਾਏਗੀ? ਮੈਂ ਕਿਹਾ ਜੀ ਜਿਵੇਂ ਜੇ ਤੁਹਾਡਾ ਚੈਨਲ ਐਸੇ ਲੂਟੀ ਚੱਲੀ ਗਿਆ ਫਿਰ ਤਾਂ ਸਾਰਾ ਕੁਝ ਹੀ ਹੋ ਜਾਊਗਾ। ਇਹੋ ਜਿਹਾ ਕੋਈ ਮਸਲਾ ਨਹੀਂ ਹੁੰਦਾ ਜਿਹੜਾ ਨਾ ਹੋਵੇ। ਚੱਕਣਾ ਜ਼ਰੂਰੀ ਹੈ। ਨਹੀਂ ਅਸੀਂ ਚੱਕ ਰਹੇ ਹਾਂ। ਸਰਕਾਰ ਦੀ ਤੁਹਾਨੂੰ ਸੰਜੀਦਗੀ ਲੱਗਦੀ ਹੈ ਜਾਂ ਫਿਰ ਕੇਂਦਰ ਦੀ? ਹੋ ਜਾਊਗਾ ਜੀ, ਹੋ ਜਾਊਗਾ। ਮਾਣ ਆ ਮੈਨੂੰ ਇਸ ਗੱਲ ਤੇ। ਕੀ ਨਾਮ ਹੈ ਜੀ ਤੁਹਾਡਾ? ਸੁਖਵਿੰਦਰ ਸਿੰਘ। ਅੱਛਾ ਸੁਖਵਿੰਦਰ ਜੀ, ਤੁਹਾਡਾ ਕਿੰਨਾ ਪੈਸਾ ਲੱਗਿਆ ਹੋਇਆ ਤੇ ਕਦੋਂ ਤੁਸੀਂ ਪੈਸਾ ਲਗਾਇਆ? 2009 ਦੀ ਮੈਂ ਦੇਖ ਰਿਹਾ। 2009 ਜੀ। ਕੁੱਲ 4 ਲੱਖ ਜੀ। 4 ਲੱਖ ਰੁਪਈਆ। ਹਾਂਜੀ। ਇਹ ਤੁਹਾਡਾ ਆਪਣਾ ਹੀ ਹੈ 4 ਲੱਖ ਰੁਪਈਆ ਲਗਾਇਆ ਜਾਂ ਐਜ਼ ਏ ਏਜੰਟ ਕੰਮ ਕਰਦੇ ਰਹੇ ਹੋ ਤੁਸੀਂ? ਨਹੀਂ ਆਪਣਾ ਹੀ ਹੈ, ਠੀਕ ਹੈ। ਖੁਦ ਹੀ। ਖੁਦ ਹੈ। ਹਾਂਜੀ। ਅੱਛਾ ਹੁਣ ਤੁਹਾਨੂੰ ਆਸ ਹੈਗੀ ਹੈ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਵੀ ਸਾਡੀ ਆਸ ਵੱਜੀ ਹੈ, ਚਾਹੇ ਸਰਕਾਰ ਦੇ ਕੋਲੋਂ ਹੀ ਪੈਸਾ ਕਿਸੇ ਤਰੀਕੇ ਦੇ ਨਾਲ ਸਰਕਾਰ ਕੋਈ, ਕਿਉਂਕਿ ਐਂਡ ਆਫ ਦਾ ਡੇ ਸਾਡੀ ਉਮੀਦ ਸਰਕਾਰ ਦੇ ਕੋਲ ਹੀ ਹੁੰਦੀ ਹੈ ਵੀ ਉਹ ਸਾਡੇ ਲਈ ਕੁਝ ਗੱਲ ਕਰੇਗੀ, ਕਿਉਂਕਿ ਸਰਕਾਰ ਤੁਹਾਡੀ ਤੁਸੀਂ ਬਣਾਈ, ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਹੈ, ਆਮ ਲੋਕਾਂ ਦਾ ਜ਼ਿਕਰ ਹੁੰਦਾ। ਹੁਣ ਤਾਂ ਪਹਿਲਾਂ ਤਾਂ ਕੋਈ ਆਸ ਨਹੀਂ ਹੁੰਦਾ, ਹੁਣ ਆ ਬਾਈ ਹੋਰੇ ਉਹਦਾ ਲੱਗਦਾ ਵੀ ਹੋ ਸਕਦਾ। ਠੀਕ ਹੈ। ਸੋ ਖਾਸ ਤੌਰ ਦੇ ਉੱਤੇ ਮਹਿਲਾਵਾਂ ਵੀ ਇੱਥੇ ਹੈ ਨਹੀਂ। ਤੁਹਾਡਾ ਕੀ ਨਾਮ ਹੈ ਜੀ ਤੇ ਤੁਹਾਡੇ ਕਿੰਨੇ ਪੈਸੇ ਲੱਗੇ ਹੋਏ ਨੇ? ਸਾਡਾ 2.5 ਲੱਖ ਰੁਪਇਆ ਭਰਿਆ ਸੀ। 2.5 ਲੱਖ ਰੁਪਏ। ਹਾਂਜੀ। ਇਹ ਜਿਹੜਾ 2.5 ਲੱਖ ਰੁਪਇਆ 2011 ਦੀ ਮੈਂ ਦੇਖ ਰਿਹਾ, ਤੁਸੀਂ ਪਾਲਿਸੀ ਇਹ ਕਰਵਾਈ ਹੈ ਇਸ਼ੂ ਔਨ 2011। ਅੱਛਾ ਕਿਉਂ ਪੈਸਾ ਲਗਾਇਆ ਤੁਸੀਂ 2.5 ਲੱਖ ਰੁਪਇਆ? ਕੀ ਭਵਿੱਖ ਦੇ ਤੁਹਾਡੇ ਸੁਪਨੇ ਸੀ, ਕੀ ਸੋਚਿਆ ਸੀਗਾ? ਕੁੜੀ ਦੇ ਵਿਆਹ ਵਾਸਤੇ ਰੱਖੇ ਸੀ ਵੀ ਕੁੜੀ ਦਾ ਵਿਆਹ ਕਰਾਂਗੇ, ਤੇ ਇਹ ਮੁੜ ਕੇ ਮਿਲ ਨਹੀਂ ਰਹੀ ਸਾਨੂੰ। ਕੁੱਲ ਤੁਹਾਨੂੰ 5 ਲੱਖ ਰੁਪਇਆ ਮਿਲਣਾ ਸੀ, 2.5 ਤੁਸੀਂ ਲਗਾਇਆ? ਹਾਂ 5 ਲੱਖ ਰੁਪਇਆ ਉਦੋਂ ਆਏ ਸੀ ਵੀ ਦੁੱਗਣੇ ਮਿਲ ਜਾਣਗੇ। ਬੇਟੀ ਦਾ ਵਿਆਹ ਹੋ ਗਿਆ ਤੁਹਾਡੀ ਦਾ? ਹਾਂਜੀ ਹੋ ਗਿਆ, ਫਿਰ ਕਰਿਆ ਬੇਟੀ ਦਾ ਵਿਆਹ। ਤਾਂ ਪੈਸੇ ਤਾਂ ਤੁਹਾਨੂੰ ਮਿਲੇ ਨਹੀਂ ਪਰ ਵਿਆਹ ਹੋ ਗਿਆ। ਕਿਵੇਂ ਕੀਤਾ ਫਿਰ ਵਿਆਹ? ਫਿਰ ਵਿਆਹ ਕੀਤਾ ਜੀ, ਬਸ ਆਹੀ ਆਪਦੇ ਕਮਾਈ ਕਰਕੇ। ਫਿਰ ਕੀ ਕੰਮ ਕਰਦਾ ਹੈ ਪਰਿਵਾਰ ਤੁਹਾਡਾ? ਕੀ ਕਰਦੇ ਆ ਜੀ? ਖੇਤੀਬਾੜੀ ਕਰਦੇ। ਹਾਂਜੀ। ਅੱਛਾ ਤੁਹਾਨੂੰ ਹੁਣ ਆਸ ਹੈਗੀ ਹੈ, ਜਿਵੇਂ ਤੁਸੀਂ ਇਹ ਉਸ ਵਕਤ ਭਰੋਸਾ ਕਰਕੇ ਇਹ ਪਾਲਿਸੀ ਕਰਵਾਈ, ਉਸ ਵਕਤ ਦੀਆਂ ਸਰਕਾਰਾਂ ਨਾਲ ਸੀ ਕੰਪਨੀ ਦੇ, ਹੁਣ ਤੁਹਾਨੂੰ ਲੱਗਦਾ ਕਿ ਹੁਣ ਦੀ ਸਰਕਾਰ ਲੋਕਾਂ ਦੇ ਨਾਲ ਹੈ ਤੇ ਕੰਪਨੀ ਤੋਂ ਪੈਸਾ ਕਿਸੇ ਨਾ ਕਿਸੇ ਤਰੀਕੇ ਨਾਲ ਦਵਾਇਆ ਜਾਏਗਾ ਪ੍ਰਾਪਰਟੀਆਂ ਦੇ ਨਾਲ? ਭਰੋਸਾ ਸਾਨੂੰ ਵੀ ਦਿਵਾਉਣਗੇ ਵੀ ਸਾਨੂੰ ਨਵੀਂ ਸਰਕਾਰ ਬਦਲੀ ਹੈ ਵੀ ਹੁਣ ਸਾਨੂੰ ਪੈਸਾ ਮਿਲ ਸਕਦਾ ਹੈ, ਜੋ ਤੁਸੀਂ ਸਾਥੋਂ ਦਬਾਓਗੇ ਮੂਰੇ ਲੱਗ ਕੇ, ਤੇ ਹੁਣ ਵੀ ਸਾਨੂੰ ਉਮੀਦ ਹੈ ਵੀ ਮਿਲੂਗਾ। ਉਮਰ 75 ਸਾਲ ਦੀ। ਨਾਮ ਕੀ ਹੈ ਤੁਹਾਡਾ? ਹਾਕਮ ਸਿੰਘ। ਅੱਛਾ ਹਾਕਮ ਜੀ, ਤੁਹਾਡੇ ਕਿੰਨੇ ਪੈਸੇ ਲੱਗੇ ਨੇ? ਸਾਡੇ ਹੈਗੇ ਜੀ ਸਾਰੇ ਪਰਿਵਾਰ ਦੇ ਨੇ, ਕਿਸੇ ਦਾ 10,000, ਕਿਸੇ ਦਾ 20,000, ਮੇਰਾ 50-60,000 ਹੋਊਗਾ। 50-60,000 ਯਾਨੀ ਕੁੱਲ ਕਰੀਬ 1 ਲੱਖ ਦੇ ਕਰੀਬ ਤੁਹਾਡੇ ਪੂਰੇ ਪਰਿਵਾਰ ਦਾ ਪੈਸਾ ਲੱਗਿਆ ਹੋਇਆ ਹੈ। 1.5 ਲੱਖ ਦੇ ਗੇੜ। 1.5 ਲੱਖ ਤੇ ਮਿਲਣਾ ਯਾਨੀ ਕਰੀਬ 3 ਲੱਖ ਦੇ ਕਰੀਬ ਮਿਲੇਗਾ ਪੈਸਾ। ਹਾਂਜੀ ਹਾਂਜੀ ਅੱਛਾ ਕਦੋਂ ਇਹ ਪਾਲਿਸੀ ਕਰਵਾਈ ਸੀ? 2011 ਦੀ ਕਰਵਾਈ ਹੋਈ ਹੈ? ਹਾਂਜੀ ਦੇਖ ਲਓ, ਆਹ ਡੇਟ ਲਿਖੀ ਹੋਊ ਇਹਦੇ ਤੇ। ਹਾਂਜੀ 2011 ਲਿਖੀ ਹੋਈ ਹੈ। ਅੱਛਾ ਬਾਪੂ ਜੀ ਕੀ ਕੰਮ ਕਰਦੇ ਸੀ ਜਦੋਂ ਇਹ ਪਾਲਿਸੀ ਕਰਵਾਈ ਆ ਤੋਂ 10-11 ਸਾਲ ਪਹਿਲਾਂ? ਕਰਦੇ ਸੀ ਜੀ। ਦਿਹਾੜੀ ਕਰਦੇ ਸੀਗੇ? ਹਾਂਜੀ ਹਾਂਜੀ। ਤੇ ਪੈਸੇ ਕਿਉਂ ਕਰਵਾਏ ਸੀ ਜਮਾ? ਕਿਆ ਸੋਚ ਸੀ ਤੁਹਾਡੀ ਵੀ ਇਹ ਪੈਸਾ ਮੈਂ ਇਸ ਕਰਕੇ ਜਮਾ ਕਰਾ ਰਿਹਾ, ਭਵਿੱਖ 'ਚ ਇਹਦੇ ਲਈ ਕੰਮ ਆਉਣਾ ਹੈ? ਹਾਂ ਵੀ ਬੁਢੇਪੇ 'ਚ ਹੀ ਕੰਮ ਆਉਣਗੇ ਜੀ। ਬੁਢੇਪੇ 'ਚ? ਹਾਂ। ਪਰ ਬੁਢਾਪਾ ਆ ਗਿਆ, ਪੈਸੇ ਉਡੀਕ ਰਹੇ ਹੋ ਤੁਸੀਂ? ਪੈਸੇ ਨੂੰ ਉਡੀਕ ਰਹੇ ਹਾਂ। ਅੱਛਾ ਤੁਹਾਨੂੰ ਆਸ ਲੱਗਦੀ ਹੈ ਕੋਈ ਵੀ ਸਰਕਾਰ ਤੁਹਾਡੀ ਬਾਹ ਫੜੇਗੀ? ਬੁਢਾਪਾ ਆਖਰੀ ਪੜਾਅ ਹੁੰਦਾ ਉਮਰ ਦਾ। ਉਡੀਕਦਿਆਂ ਨੂੰ ਤੇ ਕੋਈ ਹੱਲ ਨਹੀਂ ਹੁੰਦਾ ਦੀਂਦਾ। ਹੁਣ ਦੇਖੋ ਕੀ ਬਣਦਾ ਹੈਗਾ, ਭਗਵੰਤ ਮਾਨ ਦਵਾਊਗਾ ਕਿ ਨਹੀਂ ਦਵਾਊਗਾ? ਤੁਹਾਨੂੰ ਕੀ ਲੱਗਦਾ? ਕੋਈ ਸਾਨੂੰ ਤਸੱਲੀ ਨਹੀਂ ਹੈ ਜੀ। ਤਸੱਲੀ ਨਹੀਂ ਬਿਆਨ? ਹਾਂ ਕੋਈ ਤਸੱਲੀ ਨਹੀਂ ਹੈ, ਕੋਈ ਤਸੱਲੀ ਨਹੀਂ। ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਜਿਹੜਾ ਸਾਡੀ ਆ ਕੇ ਗੱਲ ਸਾਡੀ ਪਹੁੰਚਾ ਦੋਗੇ ਹਿੰਦੁਸਤਾਨ ਦੇ ਕੋਨੇ-ਕੋਨੇ ਤੇ। ਪਹਿਲਾਂ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ, ਬਥੇਰਾ ਚੰਡੀਗੜ੍ਹ ਦਫ਼ਤਰਾਂ 'ਚ ਹੋਰ ਜਾਂਦੇ ਰਹੇ ਹਾਂ, ਹਾਂ ਜੀ ਦਵਾ ਦਾਂਗੇ, ਹਾਂ ਜੀ ਦਵਾ। ਫਿਰ ਅਸੀਂ ਐ ਬਹਿਮਣ ਵਾਲਿਆਂ ਦਾ, ਬੰਗੀ ਵਾਲੇ ਦਾ, ਇਹਨਾਂ ਦਾ ਧੰਨਵਾਦ ਕਰਦੇ ਆ, ਜਿਹੜੀ ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਬਦੌਲਤ ਆਇਆ ਇੱਥੇ। ਤੇ ਅਸੀਂ ਇੰਨੀ ਧੰਨਵਾਦ ਕਰਦੇ ਹਾਂ ਵੀ ਸਾਡੇ ਪੈਸੇ ਆਹ ਅਸੀਂ ਦਬਾਇਆ 4 ਲੱਖ, ਉਹ ਵੀ ਨਹੀਂ ਆਇਆ, ਤੇ ਆਹ 10 ਇਹ ਤਾਂ ਥੋੜਾ ਹੀ ਹੈ, ਇਹ ਵੀ ਨਹੀਂ ਆਇਆ। ਜਿਹੜੇ ਪਿੰਡ ਦੇ ਏਜੰਟ ਸੀ ਉਹ ਵੀ ਵਿਸ਼ੋਰ ਕਰ ਗਏ, ਜਿਵੇਂ ਪੈਸੇ ਅਸੀਂ ਨਹੀਂ
ਦਵਾ ਸਕਦੇ। ਉਦੋਂ ਗੇੜੇ ਤੇ ਗੇੜਾ ਬੰਨਿਆ ਮਾਰਦੇ ਸੀ, ਹਾਂ ਦਵਾਵਾਂਗੇ ਅਸੀਂ ਜ਼ਿੰਮੇਵਾਰ ਹੈ। ਅੱਛਾ, ਜਿਵੇਂ ਹੁਣ ਤੱਕ ਦੀਆਂ ਸਰਕਾਰਾਂ ਰਹੀਆਂ, ਜਦੋਂ ਇਹ ਕੰਪਨੀ ਬਣੀ ਅਕਾਲੀ ਦਲ ਕਾਂਗਰਸ ਰਹੀ ਹੈ, ਬੀਜੇਪੀ ਦੀ ਕੇਂਦਰ 'ਚ ਰਹੀ ਹੈ, ਇਹਨਾਂ ਦੋਵਾਂ ਦੀ ਭਾਈਵਾਲ ਰਹੀ ਹੈ, ਤੇ ਹੁਣ ਉਹਨਾਂ ਨੇ ਤੁਹਾਡੀ ਬਾਂਹ ਨਹੀਂ ਫੜੀ ਹੈਗੀ। ਹੁਣ ਨਵੀਂ ਸਰਕਾਰ ਕਹਿੰਦੀ ਹੈ ਹਿੱਟ ਲਿਸਟ ਤੇ ਮੁੱਦਾ ਹੈ, ਹੱਲ ਕਰਵਾ ਕੇ ਵਿਆਜ ਸਮੇਤ ਦਵਾਵਾਂਗੇ। ਜੇ ਤਾਂ ਜੀ ਹੱਲ ਕਰਾ ਦੂਗੇ ਇਹ ਫੇਰ ਤਾਂ ਇਹਦਾ ਧੰਨਵਾਦ ਹੈ, ਜੇ ਨਹੀਂ ਕਰਾਊਗੀ ਦੂਜੀਆਂ ਪਾਰਟੀਆਂ ਵਾਂਗੂ ਇਹ ਵੀ ਜਾਊਗਾ, ਜਿਵੇਂ ਉਹ ਗਏ ਨੇ ਉਹਨਾਂ ਨੂੰ ਕੈਪਟਨ ਨੂੰ, ਜਿਵੇਂ ਹੁਣ ਹੋਰਾਂ ਨੂੰ ਪੁੱਛਦਾ ਫੇਰ ਬਦਲਾ ਆਏਗਾ। ਫੇਰ ਬਦਲਾ ਤਾਂ ਜਨਤਾ ਨੇ ਕਰਨਾ ਹੈ। ਤੁਸੀਂ ਕਿੰਨਾ ਦੱਸ ਦਿਓ, ਕਿੰਨਾ ਕਰੋੜ ਇਸ ਕੰਪਨੀ ਦਾ ਪੈਸਾ ਹੈ? ਉਹ ਕਿਉਂ ਵੋਟ ਪਾਉਣਗੇ ਜਦੋਂ ਪੈਸਾ ਹੀ ਨਹੀਂ ਦਵਾਇਆ? ਜਦੋਂ ਉਹਨਾਂ ਨੂੰ ਦਿਨ ਥੋੜੀ ਰਹਿ ਗਏ, ਕੀ ਹੋ ਗਿਆ ਇਹਦੇ? 4 ਸਾਲ ਹੋ ਗਏ ਇਹਨੂੰ ਆਉਣਗੇ, ਫਿਰ ਗਾਹਾਂ ਨੂੰ ਸਰਕਾਰ ਤਾਂ ਨਹੀਂ ਬਣੂਗੀ। ਪਹਿਲਾਂ ਵਾਅਦੇ ਜ਼ਰੂਰ ਕਰਦੇ ਆ, ਵਾਅਦੇ ਵੀ ਐਂ ਕਰਦੇ ਸੀ ਵਾਹ ਕਰ। ਜਦੋਂ ਖਾਸ ਤੌਰ ਦੇ ਉੱਤੇ ਅਸੀਂ ਇਨਸਾਫ ਦੀ ਆਵਾਜ਼ ਜਥੇਬੰਦੀ ਦਾ ਜ਼ਿਕਰ ਕਰਦੇ ਹਾਂ, ਇਹ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਇਹਨਾਂ ਦਾ ਪੈਸਾ ਫਸਿਆ ਹੋਇਆ ਪਿਛਲੇ ਕਈ ਸਾਲਾਂ ਤੋਂ। ਹੁਣ ਤੱਕ ਦੇ ਬਿਆਨ ਰਹੇ ਨੇ, ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਪਿਛਲੀਆਂ ਸਰਕਾਰਾਂ, ਮੰਗ ਪੱਤਰ ਤੁਸੀਂ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਏ ਨੇ, ਕੋਈ ਜਵਾਬ ਆਇਆ? ਨਹੀਂ ਜੀ, ਹਲੇ ਤੱਕ ਸਾਨੂੰ ਕੋਈ ਇਹਦਾ ਜਵਾਬ ਨਹੀਂ ਮਿਲਿਆ ਜੀ। ਬਹੁਤ ਲੈਟਰ ਦਿੱਤੇ ਅੱਜ ਤੱਕ, ਪਰ ਇੱਕ ਵੀ ਜਵਾਬ ਨਹੀਂ ਆਇਆ ਸਾਡੇ ਕੋਲ ਹਾਲੇ ਤੱਕ ਵੀ। ਅਸੀਂ ਇਹ ਦੇਖਣਾ ਚਾਹੁੰਦੇ ਵੀ ਇਹ ਲੋਕ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਵੀ ਇੱਥੇ ਮੁੱਦਾ ਇਹ ਉਠਾਉਂਦੇ ਆ ਕਿ ਨਹੀਂ ਉਠਾਉਂਦੇ। ਪਹਿਲਾਂ ਤਾਂ ਇਸ ਚੀਜ਼ ਦਾ ਹੀ ਇੱਥੋਂ ਸੱਚਾਈ ਦਾ ਪਤਾ ਲੱਗੂਗਾ ਵੀ ਇਹ ਜਿਹੜਾ ਭਗਵੰਤ ਮਾਨ ਜੀ ਨੇ ਵਾਅਦਾ ਕਰਿਆ ਵੋਟਾਂ ਤੋਂ ਪਹਿਲਾਂ ਵੀ ਇਹ ਚੋਣ ਸਟੰਟ ਸੀ ਜਾਂ ਇਹ ਸੱਚੋਂ ਹੀ ਦਿਲੋਂ ਹੀ ਇਹ ਆਪਣਾ ਵਾਅਦਾ ਜਿਹੜਾ ਉਹ ਪੂਰਾ ਕਰਨਾ ਚਾਹੁੰਦੇ ਆ। ਇਹ ਤਾਂ ਲੋਕ ਸਭਾ। ਤੁਹਾਨੂੰ ਕੀ ਲੱਗਦਾ ਹੈ, ਤੁਹਾਨੂੰ ਕੀ ਲੱਗਦਾ ਹੁਣ ਤੱਕ ਵਿਧਾਨ ਸਭਾ ਦੇ ਸੈਸ਼ਨ ਰਹੇ 2 ਦਿਨ ਲੰਘ ਗਏ ਤੇ ਹੁਣ ਤੱਕ ਦੀਆਂ ਸਰਕਾਰ ਦੇ 3 ਮਹੀਨੇ? ਲੱਗਦਾ ਨਹੀਂ ਜੀ, ਜਿੱਥੋਂ ਤੱਕ ਸਾਨੂੰ ਹਾਲੇ ਤੱਕ ਵੀ ਜਿੰਨੇ ਇੰਨੇ ਲੈਟਰ ਦਿੱਤੇ ਅਸੀਂ ਡੀਸੀਆਂ ਰਾਹੀਂ, MLA ਰਾਹੀਂ ਵੀ ਅਸੀਂ ਲੈਟਰ ਬਹੁਤ ਭੇਜ ਚੁੱਕੇ ਹਾਂ, ਪਰ ਹਾਲੇ ਤੱਕ ਇੱਕ ਜਵਾਬ ਹੀ ਨਹੀਂ ਦਿੱਤਾ। ਅਸੀਂ ਕਹਿੰਦੇ ਵੀ ਜਥੇਬੰਦੀ ਨੂੰ ਇੱਕ ਵਾਰੀ ਵੀ ਸੱਦਾ ਦੇ ਦਿੰਦੇ ਵੀ ਆਓ ਸਾਡੇ ਨਾਲ ਬੈਠੋ, ਮਿਲ ਕੇ ਸਾਡੇ ਨਾਲ ਗੱਲਬਾਤ ਕਰੋ, ਵੀ ਅਸੀਂ ਪੈਸਾ ਦੇਣ ਲਈ ਲੈਟਰ ਵਾਪਸ ਭੇਜ ਦਿੰਦੇ ਵੀ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ, ਵੇਟ ਕਰੋ। ਹਾਲੇ ਤੱਕ ਕੁਝ ਵੀ ਕਾਰਵਾਈ ਨਹੀਂ ਹੋਈ। ਤਾਂ ਜ਼ਰੂਰ ਉਮੀਦ ਕਰਦੇ ਹਾਂ ਪੈਸਾ ਤੁਹਾਡਾ ਵਾਪਸ ਹੋਏਗਾ। ਜਿਵੇਂ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ, 7-8 ਦਿਨ ਗੁਜ਼ਰ ਚੁੱਕੇ ਨੇ, ਪਰ ਅਜੇ ਤੱਕ ਵੀ ਤੁਹਾਨੂੰ ਕਾਰਵਾਈ ਨਾ ਕਰਨ ਦਾ ਕਾਰਨ ਕੀ ਲੱਗ ਰਿਹਾ? ਵੀ ਅਜੇ ਤੱਕ ਵੀ ਕੋਈ ਗੱਲ ਨਹੀਂ ਹੋਈ ਹੈਗੀ, ਫਿਰ ਆਖਰੀ 25ਵੇਂ ਦਿਨ ਗੱਲ ਹੋਏਗੀ? ਨਹੀਂ, ਦੇਖੋ ਜੀ, ਫਰਜ਼ ਬਣਦਾ ਸਰਕਾਰ ਦਾ। ਜਦੋਂ ਭਗਵੰਤ ਮਾਨ ਨੇ ਬੋਲਿਆ ਵੀ 20-25 ਦਿਨਾਂ ਤੁਹਾਡਾ ਪੈਸਾ ਦੇਵਾਂਗੇ, ਤਾਂ ਉਹਦਾ ਹੱਕ ਬਣਦਾ। ਹੁਣ ਵਿਧਾਨ ਸਭਾ ਸੈਸ਼ਨ ਚੱਲ ਰਿਹਾ, ਪਹਿਲੀ ਗੱਲ ਤਾਂ ਇੱਥੇ ਬਿੱਲ ਲੈ ਕੇ ਆਉਣ। ਜੇ ਬਿੱਲ ਲੈ ਕੇ ਆਉਣਗੇ ਸਾਨੂੰ ਫੇਰ ਹੀ ਭਰੋਸਾ ਹੋ ਸਕਦਾ ਵੀ ਹਾਂ ਕੁਛ ਮਾਨ ਸਰਕਾਰ ਕੁਛ ਇਹ ਕਰੂਗੀ। ਦੇਖਦੇ ਹਾਂ ਅਸੀਂ ਵਿਧਾਨ ਸਭਾ ਸੈਸ਼ਨ ਵੀ ਕੀ ਕਰ ਰਹੇ ਆ। ਹਾਂਜੀ। ਅੱਛਾ, ਹੁਣ ਤੱਕ ਜਿਵੇਂ ਇਹਨਾਂ ਲੋਕਾਂ ਨੇ ਕਿਹਾ ਵੀ ਜਿਵੇਂ ਤੁਸੀਂ ਵੀ ਲੈਟਰ ਵਗੈਰਾ ਦਿੱਤੇ, ਕੋਈ ਜਵਾਬ ਨਹੀਂ ਆਇਆ। ਇਹਨਾਂ ਹੁਣ ਤੱਕ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਇਗਨੋਰ ਕੀਤਾ, ਤੇ ਹੁਣ ਜਿਵੇਂ ਇਹ ਲੋਕ ਘਰਾਂ ਤੋਂ ਨਿਕਲ ਕੇ ਆਏ ਨੇ, ਤੁਸੀਂ ਇਕੱਠੇ ਹੋਏ ਹੋ, ਲਾਮਬੰਦ ਹੋਏ ਹੋ ਪੈਸਾ ਵਾਪਸ ਕਰਵਾਉਣ ਦੇ ਲਈ, ਕਿਉਂਕਿ ਗਰੀਬਾਂ ਦਾ ਪੈਸਾ ਹੈ, ਉਹ ਤੁਹਾਨੂੰ ਲੱਗਦਾ ਵੀ ਹਾਂ ਜਿਸ ਤਰੀਕੇ ਦੇ ਨਾਲ ਕਾਰਵਾਈ ਚੱਲ ਰਹੀ ਹੈ, ਜ਼ਮੀਨਾਂ ਐਕਵਾਇਰ ਕਰਕੇ ਪੈਸਾ ਦਿੱਤਾ ਜਾ ਸਕਦਾ, ਅਸਲ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਹੋ ਸਕਦੀ ਹੈ ਕੋਈ? ਦੇਖੋ, ਪ੍ਰਕਿਰਿਆ ਤਾਂ ਹੋ ਸਕਦੀ ਹੈ, ਪਰ ਟਾਈਮ ਉਹ ਤੇ ਲੱਗੂਗਾ। ਜੇ ਆਪਾਂ ਕਹਿ ਦਈਏ 20-25 ਦਿਨਾਂ 'ਚ ਪੈਸਾ ਦੇ ਦੇਣਗੇ, ਉਹ ਸੰਭਵ ਨਹੀਂ ਹੈ। ਫਿਰ ਉਹਨਾਂ ਨੇ ਤੁਹਾਨੂੰ ਕਿਉਂ ਲੱਗਦਾ ਵੀ ਉਹਨਾਂ ਨੇ ਕਿਉਂ ਕਿਹਾ 20-25 ਦਿਨ? ਇਹ ਹੋ ਸਕਦਾ ਵੀ ਜਿਹੜੀ ਚੋਣ ਇਲੈਕਸ਼ਨ ਸੀਗੀ MP ਦੀ, ਉੱਥੇ ਇਸ ਕਰਕੇ ਉਹਨਾਂ ਨੇ ਕਹਿਤਾ ਹੋਵੇ ਵੀ ਆਪਾਂ ਜਿਹੜੇ ਵੋਟਰ ਹੈਗੇ ਇਹਨਾਂ ਲੋਕਾਂ ਦਾ ਪੈਸਾ ਲੱਗਿਆ ਹੋਇਆ ਵੀ ਇਹਦੇ ਮੁਤਾਬਕ ਆਪਾਂ ਵੋਟਾਂ ਲੈ ਲਾਂਗੇ। ਇਹੀ ਹੋ ਸਕਦਾ ਜੀ। ਖਾਸ ਤੌਰ ਦੇ ਉੱਤੇ ਜ਼ਿਕਰ ਜਦੋਂ ਅਸੀਂ ਪੰਜਾਬ ਦੇ ਵਿੱਚ ਪਰਲ ਪੀੜਤਾਂ ਦਾ ਕਰਦੇ ਹਾਂ, ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਮਸ਼ੱਕਤ ਦਾ ਪੈਸਾ ਕਿਸੇ ਇੱਕ ਗਰੁੱਪ ਦੇ ਵਿੱਚ ਲਗਾਇਆ, ਤੇ ਉਮੀਦ ਸੀ ਕਿ ਉਹ ਮਾਨ ਸਰਕਾਰ ਜਦੋਂ ਹੁਣ ਸੱਤਾ ਦੇ ਵਿੱਚ ਆਈ ਹੈ ਤਾਂ ਇਹਨਾਂ ਦੀ ਪਾਈ ਜਿਹੜੀ ਹੈ ਉਹ ਵਾਪਸ ਕਰਵਾਈ ਜਾਵੇਗੀ। ਤੇ ਹੁਣ ਇਹਨਾਂ ਲੋਕਾਂ ਦੀ ਆਸ ਹੈ ਕਿ ਸਰਕਾਰ ਇਹਨਾਂ ਦੀ ਗੱਲ ਕਰੇ, ਵਿਧਾਨ ਸਭਾ ਤੱਕ ਗੱਲ ਹੋਵੇ, ਬੇਸ਼ੱਕ ਕੋਈ ਵੀ ਕਾਨੂੰਨੀ ਪ੍ਰਕਿਰਿਆ ਹੋਵੇ ਜਿਸ ਦੇ ਰਾਹੀਂ ਇਹਨਾਂ ਦੀ ਮਿਹਨਤ ਮਸ਼ੱਕਤ ਦਾ ਪੈਸਾ ਵਾਪਸ ਕਰਵਾਇਆ ਜਾ ਸਕੇ। ਤੇ ਇਹਨਾਂ ਲੋਕਾਂ ਦੀ ਉਮੀਦ ਹੈ, ਹਾਲਾਂਕਿ ਸੂਬੇ ਦੀ ਮਾਨ ਸਰਕਾਰ ਨੇ 20-25 ਦਿਨ ਦਾ ਸਮਾਂ ਦਿੱਤਾ ਸੀ, ਕਈ ਦਿਨ ਬੀਤ ਚੁੱਕੇ ਨੇ, ਤੇ ਉਮੀਦ ਹੈ ਇਹਨਾਂ ਲੋਕਾਂ ਦੀ ਆਸ ਵੀ ਹੈ ਕਿ ਮਾਨ ਸਰਕਾਰ ਉਹਨਾਂ ਦੇ ਭਰੋਸੇ ਦੇ ਉੱਤੇ ਖਰੀ ਉਤਰੇਗੀ, ਜੋ ਕਿਹਾ ਹੈ ਉਹ ਕਰਕੇ ਦਿਖਾਏਗੀ।